ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 381 ਆਸਾ ਮਹਿਲਾ ਪੰਜਵਾ। ਵਾਹਰ ਧੋਏ ਅੰਤਰ ਮਰਮੇਲਾ, ਦੋਏ ਠੌਰ ਆਪਣੇ ਖੋਏ। ਜਿਹੜਾ ਮਨੁੱਖ ਤੀਰਥਾਂ ਆਦਿਕਾਂ 'ਤੇ ਨਿਰਾ ਪਿੰਡਾਂ ਧੋ ਕੇ ਅੰਦਰਲਾ ਮਨ ਵਿਕਾਰਾਂ ਨਾਲ ਮੈਲਾ ਹੀ ਰੱਖਦਾ ਹੈ, ਉਹ ਕੇਵਲ ਪਰਲੋਕ ਆਪਣੇ ਦੋਵੇਂ ਥਾਂ ਲੋਕ ਪਰਲੋਕ ਆਪਣੇ ਦੋਵੇਂ ਥਾਂ ਗਵਾ ਲੈਂਦਾ ਹੈ। ਈਹਾ ਕਾਮ ਕ੍ਰੋਧ ਮੈਂ ਵਿਆਪਿਆ, ਆਗੇ ਮੁਸ ਮੁਸ ਰੋਏ। ਇਸ ਲੋਕ ਵਿੱਚ ਰਹਿੰਦਿਆਂ ਕਾਮ ਵਾਸ਼ਨਾ ਵਿੱਚ, ਕ੍ਰੋਧ ਵਿੱਚ, ਮੋਹ ਵਿੱਚ ਫਸਿਆ ਰਹਿੰਦਾ ਹੈ। ਅਗਾਂਹ ਪਰਲੋਕ ਵਿੱਚ ਜਾ ਕੇ ਹਟਕੋਰੇ ਲੈ ਲੈ ਰੋਂਦਾ ਹੈ। ਗੋਬਿੰਦ ਭਜਨ ਕੀ ਮਤ ਹੈ ਹੋਰਾ। ਹੇ ਭਾਈ, ਪਰਮਾਤਮਾ ਦਾ ਭਜਨ ਕਰਨ ਵਾਲੀ ਅਕਲ ਹੋਰ ਕਿਸਮ ਦੀ ਹੁੰਦੀ ਹੈ, ਉਸ ਵਿੱਚ ਵਿਖਾਵਾ ਨਹੀਂ ਹੁੰਦਾ। ਬਰਮੀ ਮਾਰੀ ਸਾਪ ਨਾ ਮਰੀ, ਨਾਮ ਨਾ ਸੁਣੀ ਢੋਰਾ ਰਹਾਓ। ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸੁਣਦਾ ਤੇ ਨਾਮ ਵੱਲੋਂ ਬੋਲਾ ਰਹਿੰਦਾ ਹੈ ਤਾਂ ਬਾਹਰਲੇ ਧਾਰਮਿਕ ਕਰਮ ਇਉਂ ਹੀ ਹਨ ਜਿਵੇਂ ਸੱਪ ਨੂੰ ਮਾਰਨ ਦੇ ਥਾਂ ਸੱਪ ਦੀ ਖੁੱਡ ਨੂੰ ਕੁੱਟੀ ਜਾਣਾ। ਰਹਾਓ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ। ਜਿਸ ਮਨੁੱਖ ਨੇ ਤਿਆਗ ਦੇ ਭੁਲੇਖੇ ਵਜੇ ਜੀਵਕਾ ਖਾਤਰ ਮਾਇਆ ਕਮਾਉਣ ਦਾ ਉਦਮ ਛੱਡ ਦਿੱਤਾ, ਉਹ ਭਗਤੀ ਦੀ ਕਦਰ ਵੀ ਨਹੀਂ ਜਾਣਦਾ। ਵੇਦ ਸ਼ਾਸਤਰ ਕੋ ਤਰਪਣ ਲਾਗਾ, ਤਤ ਜੋਗ ਨਾ ਪਛਾਣੇ। ਜਿਹੜਾ ਮਨੁੱਖ ਵੇਦ ਸ਼ਾਸਤਰ ਆਦਿਕ ਧਾਰਮਿਕ ਪੁਸਤਕਾਂ ਨੂੰ ਸਿਰਫ ਵਹਿਸਾਂ ਵਿੱਚ ਹੀ ਵਰਤਣਾ ਸ਼ੁਰੂ ਕਰ ਦਿੰਦਾ ਹੈ, ਉਹ ਆਤਮਿਕ ਜੀਵਨ ਦੀ ਅਸਲੀਅਤ ਨਹੀਂ ਸਮਝਦਾ, ਉਹ ਪਰਮਾਤਮਾ ਦਾ ਮਿਲਾਪ ਨਹੀਂ ਸਮਝਦਾ। ਉਗਰ ਗਿਆ ਜੈਸੇ ਖੋਟਾ ਡਬੂਆ, ਨਦਰ ਸਰਾਪਾਂ ਆਇਆ। ਜਿਵੇਂ ਜਦੋਂ ਕੋਈ ਖੋਟਾ ਰੁਪਇਆ ਸਰਾਫਾਂ ਦੀ ਨਜ਼ਰੇ ਪੈਂਦਾ ਹੈ ਤਾਂ ਉਸ ਦਾ ਖੋਟ ਪ੍ਰਤੱਖ ਦਿਸ ਪੈਂਦਾ ਹੈ। ਅੰਤਰਜਾਮੀ ਸਭ ਕੁਛ ਜਾਣੇ, ਉਸ 'ਤੇ ਕਹਾਂ ਛਪਾਇਆ। ਤਿਵੇਂ ਜਿਹੜਾ ਮਨੁੱਖ ਅੰਦਰੋਂ ਤਾਂ ਵਿਕਾਰੀ ਹੈ ਪਰ ਬਾਹਰੋਂ ਧਾਰਮਿਕ ਭੇਖੀ, ਉਹ ਪਰਮਾਤਮਾ ਪਾਸੋਂ ਆਪਣਾ ਅੰਦਰਲਾ ਖੋਟ ਲੁਕਾ ਨਹੀਂ ਸਕਦਾ। ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਦੀ ਹਰੇਕ ਕਰਤੂਤ ਨੂੰ ਜਾਣਦਾ ਹੈ। ਕੂੜ ਕਪਟ ਵੰਚ ਨੀਮ ਮਰਿਆਦਾ, ਵਿੰਸ ਗਿਆ ਤਤਕਾਲੇ। ਮਨੁੱਖ ਦੀ ਇਹ ਜਗਤ ਵਿੱਚ ਚਾਰ ਰੋਜ਼ਾ ਜ਼ਿੰਦਗੀ ਹੈ, ਪਰ ਇਹ ਮਾਇਆ ਦੇ ਮੋਹ ਵਿੱਚ, ਠੱਗੀ ਫਰੇਬ ਵਿੱਚ ਆਤਮਿਕ ਜੀਵਨ ਲੁਟਾ ਕੇ ਬੜੀ ਛੇਤੀ ਆਤਮਿਕ ਮੌਤ 'ਤੇ ਮਰ ਜਾਂਦਾ ਹੈ। ਸਤ 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 ਨਾਨਕ ਕਹਿਆ, ਆਪਣੇ ਹਿਰਦੇ ਦੇਖ ਸੰਭਾਲੇ। ਹੇ ਭਾਈ, ਨਾਨਕ ਨੇ ਇਹ ਗੱਲ ਯਕੀਨੀ ਤੌਰ 'ਤੇ ਸੱਚ ਕਹੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਨੂੰ ਆਪਣੇ ਅੰਦਰ ਅਵਸਥਾ ਵੇਖ, ਇਹੀ ਆਤਮਿਕ ਜੀਵਨ ਹੈ, ਇਹੀ ਜੀਵਨ ਮਨੋਰਥ ਹੈ। ਆਸਾ ਮਹਿਲਾ ਪੰਜਵਾ। ਉਦਮ ਕਰਤ ਹੋਵੇ ਮਨ ਨਿਰਮਲ, ਨਾਚੇ ਆਪ ਨਿਵਾਰੇ। ਹੇ ਭਾਈ, ਪਰਮਾਤਮਾ ਦਾ ਭਗਤ ਜਿਉਂ-ਜਿਉਂ ਸਿਰਸਲਾ ਦਾ ਉਦਮ ਕਰਦਾ ਹੈ, ਉਸ ਦਾ ਮਨ ਪਵਿੱਤਰ ਹੁੰਦਾ ਜਾਂਦਾ ਹੈ। ਉਹ ਆਪਣੇ ਅੰਦਰੋਂ
ਆਪਾ ਭਾਵ ਦੂਰ ਕਰਦਾ ਹੈ। ਇਹ ਮਾਨੋ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਨਾਚ ਕਰਦਾ ਹੈ। ਪੰਜ ਜਨਾ ਲੈ ਵਸਗਤ ਰਾਖੀ, ਮਨ ਮਹਿ ਏਕੰਕਾਰੇ। ਪਰਮਾਤਮਾ ਦਾ ਸੇਵਕ ਆਪਣੇ ਮਨ ਵਿੱਚ ਪਰਮਾਤਮਾ ਨੂੰ ਵਸਾਈ ਰੱਖਦਾ ਹੈ। ਇਸ ਤਰ੍ਹਾਂ ਉਹ ਕਾਮ ਦੀ ਪੰਜਾਂ ਨੂੰ ਕਾਬੂ ਵਿੱਚ ਰੱਖਦਾ ਹੈ। ਤੇਰਾ ਜਨ ਨਿਰਤ ਕਰੇ ਗੁਣ ਗਾਵੇ। ਹੇ ਪ੍ਰਭੂ, ਦੇਵੀ ਦੇਵਤਿਆਂ ਦੇ ਭਗਤ ਆਪਣੇ ਇਸ਼ਟ ਦੀ ਭਗਤੀ ਕਰਨ ਵੇਲੇ ਉਸਦੇ ਅੱਗੇ ਨਾਚ ਕਰਦੇ ਹਨ, ਪਰ ਤੇਰਾ ਭਗਤ ਤੇਰੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ। ਇਹ ਮਾਨੋ ਉਹ ਨਾਚ ਕਰਦਾ ਹੈ। ਰਵਾਬ ਪਖਾਵਜ ਤਾਲ ਘੁੰਗਰੂ, ਅਨਹਦ ਸ਼ਬਦ ਵਜਾਵੇ ਰਹਾਉ। ਹੇ ਪ੍ਰਭੂ, ਤੇਰਾ ਭਗਤ ਤੇਰੀ ਸਿਫਤ ਸਲਾਹ ਦਾ ਸ਼ਬਦ ਰੂਪ ਵਾਜਾ ਆਪਣੇ ਅੰਦਰ ਲਗਾਤਾਰ ਵਜਾਉਂਦਾ ਰਹਿੰਦਾ ਹੈ। ਸ਼ਬਦ ਨੂੰ ਹਰ ਵੇਲੇ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ। ਇਹੀ ਹੈ ਇਸ ਵਾਸਤੇ ਰਵਾਬ, ਤਪਲਾ, ਛੈਣੇ, ਘੁੰਗਰੂ ਆਦਿਕ ਸਾਜ਼ਾਂ ਦਾ ਵੱਜਣਾ ਰਹਾਉ। ਪ੍ਰਥਮੇ ਮਨ ਪ੍ਰਬੋਧੋ ਆਪਣਾ, ਪਾਛੇ ਅਵਰ ਰਿਝਾਵੇ। ਪਰਮਾਤਮਾ ਦੀ ਸਿਫਤ ਸਲਾਹ ਦੀ ਬਰਕਤ ਨਾਲ ਪਰਮਾਤਮਾ ਦਾ ਭਗਤ ਪਹਿਲਾਂ ਆਪਣੇ ਮਨ ਨੂੰ ਮੋਹ ਦੀ ਨੀਂਦ ਵਿੱਚੋਂ ਜਗਾਉਂਦਾ ਹੈ, ਫਿਰ ਹੋਰਨਾਂ ਦੇ ਅੰਦਰ ਸਿਫਤ ਸਲਾਹ ਦੀ ਰੀਝ ਪੈਦਾ ਕਰਦਾ ਹੈ। ਰਾਮ ਨਾਮ ਜਪ ਹਿਰਦੈ ਜਾਪੈ, ਮੁਖ ਤੇ ਸਗਲ ਸੁਣਾਵੇ। ਪਹਿਲਾਂ ਉਹ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ, ਫਿਰ ਮੂੰਹ ਨਾਲ ਉਹ ਜਾਪ ਹੋਰਨਾਂ ਨੂੰ ਵੀ ਸੁਣਾਉਂਦਾ ਹੈ। ਕਰ ਸੰਗ ਸਾਧੂ ਚਰਨ ਪਖਾਰੈ, ਸੰਤ ਧੂਰ ਤਨ ਲਾਵੇ। ਪਰਮਾਤਮਾ ਦਾ ਸੇਵਕ ਆਪਣੇ ਹੱਥਾਂ ਨਾਲ ਗੁਰਮੁਖਾਂ ਦੇ ਪੈਰ ਧੋਂਦਾ ਹੈ, ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਸਰੀਰ ਉੱਤੇ ਲਾਉਂਦਾ ਹੈ। ਮਨ ਤਨ ਅਰਪਿਤ ਰੇ ਗੁਰ ਆਗੈ, ਸਤ ਪਦਾਰਥ ਪਾਵੈ। ਆਪਣਾ ਮਨ ਗੁਰੂ ਦੇ ਹਵਾਲੇ ਕਰਦਾ ਹੈ, ਆਪਣਾ ਸਰੀਰ ਹਰੇਕ ਗਿਆਨ ਇੰਦਰਾ ਗੁਰੂ ਦੇ ਹਵਾਲੇ ਕਰਦਾ ਹੈ ਅਤੇ ਗੁਰੂ ਪਾਸੋਂ ਸਦਾ ਕਾਇਮ ਰਹਿਣ ਵਾਲਾ ਨਾਮ ਪ੍ਰਾਪਤ ਕਰਦਾ ਹੈ। ਜੋ ਜੋ ਸੁਣੇ ਭੇਖੇ ਲਾਏ ਸਰਦਾ, ਤਾਂ ਕਾ ਜਨਮ ਮਰਨ ਦੁੱਖ ਭਾਗੈ। ਹੇ ਨਾਨਕ, ਪਰਮਾਤਮਾ ਦੀ ਸਿਫਤ ਸਲਾਹ ਇੱਕ ਐਸਾ ਨਾਚ ਹੈ ਕਿ ਜਿਹੜਾ ਮਨੁੱਖ ਇਸ ਨੂੰ ਸਿਦਕ ਧਾਰ ਕੇ ਸੁਣਦਾ ਵੇਖਦਾ ਹੈ, ਉਸਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ। ਐਸੀ ਨਿਰਤ ਨਰਕ ਨਿਵਾਰੈ, ਨਾਨਕ ਗੁਰਮੁਖ ਜਾਗੈ। ਜਿਹੜਾ ਨਾਚ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਨੂੰ ਨਰਕਾਂ ਤੋਂ ਬਚਾ ਲੈਂਦਾ ਹੈ। ਇਹ ਨਾਚ ਦੀ ਬਰਕਤ ਨਾਲ ਉਹ ਮੋਹ ਦੀ ਨੀਂਦ ਤੋਂ ਜਾਗ ਪੈਂਦਾ ਹੈ। ਆਸਾ ਮਹਿਲਾ ਪੰਜਵਾਂ। ਅਦਮ ਚੜਾਲੀ ਭਈ ਬ੍ਰਹਮਣੀ, ਸੂਦੀ ਤੇ ਸ੍ਰੇਸ਼ਟਾਈ ਰੇ। ਹੇ ਭਾਈ, ਨਾਮ ਅੰਮ੍ਰਿਤ ਦੀ ਬਰਕਤ ਨਾਲ ਅਤ ਨੀਚ ਚੰਡਾਲ ਬਿਰਤੀ ਮਾਨੋ ਬ੍ਰਹਮਣੀ ਬਣ ਗਈ ਹੈ, ਸੁਧਰਨੀ ਤੋਂ ਉੱਚੀ ਕੁਲ ਵਾਲੀ ਹੋ ਗਈ ਹੈ। ਪਤਾਲੀ ਇਕਾਸੀ ਸਖਣੀ ਲਹਿਬਰ ਬੂਝੀ ਖਾਈ ਰੇ। ਜਿਹੜੀ ਬਿਰਤੀ ਪਹਿਲਾਂ ਪਤਾਲ ਤੋਂ ਲੈ ਕੇ ਆਕਾਸ਼ ਤੱਕ ਸਾਰੀ ਦੁਨੀਆ ਦੇ ਪਦਾਰਥ ਲੈ ਕੇ ਵੀ ਭੁੱਖੀ ਰਹਿੰਦੀ ਸੀ, ਉਸ ਦੀ ਤ੍ਰਿਸ਼ਨਾ ਅੱਗ ਦੀ ਲਾਟ ਬੁਝ ਗਈ ਹੈ। ਕਰ ਕੀ ਬੁਲਾਈ ਅਵਰ ਸਖਾਈ, ਮੂਸਾ ਦੇਖ ਡਰਾਈ ਰੇ। ਜਿਸ ਮਨੁੱਖ ਨੂੰ ਗੁਰੂ ਨੇ ਨਾਮ ਅੰਮ੍ਰਿਤ ਪਿਲਾ ਦਿੱਤਾ ਹੈ, ਉਸ ਦੀ ਪਹਿਲੀ ਸੰਤੋਖਹੀਣ ਬਿਰਤੀ ਬਿੱਲੀ ਹੁਣ ਹੋਰ ਕਿਸਮ ਦੀ ਸਿੱਖਿਆ ਲੈਂਦੀ ਹੈ। ਉਹ ਦੁਨੀਆ ਦੇ ਪਦਾਰਥ ਚੂਹਾ ਵੇਖ ਕੇ ਲਾਲਚ ਕਰਨੋਂ ਸੰਗਦੀ ਹੈ। ਅੱਜ ਕੇ ਵਸ ਗੁਰ ਕੀਨੋ ਕੇਹਰ, ਕੂਕਰ ਤਨਹਿ ਲਗਾਈ ਰੇ ਰਹਾਓ। ਗੁਰੂ ਨੇ ਉਸਦੇ ਹੰਕਾਰ ਸ਼ੇਰ ਨੂੰ ਨਿਰਮਤਾ ਬੱਕਰੀ ਦੇ ਅਧੀਨ ਕਰ ਦਿੱਤਾ ਹੈ। ਉਸਦੇ ਤਮੋ ਗੁਣੀ ਇੰਦਰੀਆਂ ਕੁੱਤਿਆਂ ਨੂੰ ਸਤੋ ਗੁਣੀ ਪਾਸੇ ਘਾਹ ਖਾਣ ਵੱਲ ਲਾ ਦਿੱਤਾ ਹੈ। ਰਹਾਓ। ਬਾਜ ਥੂਣੀਆਂ ਥਪਰਾ ਥਾਮਿਆ, ਨੀ ਕਰਿਆ ਕਰ ਪਾਇਆ ਰੇ।
हे ਭਾਈ, ਜਿਸ ਮਨੁੱਖ ਨੂੰ ਗੁਰੂ ਨੇ ਨਾਮ ਅੰਮ੍ਰਿਤ ਪਿਲਾ ਦਿੱਤਾ, ਉਸ ਦੇ ਮਨ ਦਾ ਛੱਪਰ ਛੱਤ ਦੁਨਿਆਵੀ ਪਦਾਰਥਾਂ ਦੀਆਂ ਆਸਾਂ ਦੀ ਥੰਮੀਆਂ ਤੋਂ ਬਿਨਾਂ ਹੀ ਥੰਮਿਆ ਗਿਆ। ਉਸ ਦੇ ਭਟਕਦੇ ਮਨ ਨੇ ਪ੍ਰਭੂ ਚਰਨਾਂ ਵਿੱਚ ਟਿਕਾਣਾ ਲੱਭ ਲਿਆ। ਬਿਨ ਜੜੀਏ ਲੈ ਜੜਿਓ ਜੜਾਵਾ, ਥੇਬਾ ਅਚਰਜ ਲਾਇਆ ਰੇ। ਕਾਰੀਗਰ ਸੁਨਿਆਰ ਦੀ ਸਹਾਇਤਾ ਤੋਂ ਬਿਨਾਂ ਹੀ ਉਸਨੇ ਮਨ ਦਾ ਜੜਾਊ ਗਹਿਣਾ ਤਿਆਰ ਹੋ ਗਿਆ ਅਤੇ ਉਹ ਮਨ ਗਹਿਣੇ ਵਿੱਚ ਪਰਮਾਤਮਾ ਦੇ ਨਾਮ ਦਾ ਸੁੰਦਰ ਨਗ ਜੜ ਦਿੱਤਾ ਗਿਆ। ਦਾਦੀ ਦਾਦ ਨਾ ਪਹੁੰਚਣ ਹਾਰਾ, ਚੁੱਪੀ ਨਿਰਭਉ ਲਾ ਪਾਇਆ ਰੇ। ਇਹ ਭਾਈ, ਪਰਮਾਤਮਾ ਦੇ ਚਰਨਾਂ ਤੋਂ ਵਿਛੜ ਕੇ ਨਿਤ ਗਿਲੇ ਕਰਨ ਵਾਲਾ ਆਪਣਾ ਮਨ ਇੱਛਤ ਇਨਸਾਫ ਕਦੇ ਵੀ ਪ੍ਰਾਪਤ ਨਹੀਂ ਸੀ ਕਰ ਸਕਦਾ। ਪਰ ਹੁਣ ਜਦੋਂ ਨਾਮ ਅੰਮ੍ਰਿਤ ਵੱਲ ਗਿਆ ਤਾਂ ਸ਼ਾਂਤ ਚਿੱਤ ਹੋਏ ਨੂੰ ਇਨਸਾਫ ਮਿਲਣ ਲੱਗ ਪਿਆ। ਇਹ ਯਕੀਨ ਬਣ ਗਿਆ ਹੈ ਕਿ ਪਰਮਾਤਮਾ ਜੋ ਕੁਝ ਕਰਦਾ ਹੈ ਠੀਕ ਕਰਦਾ ਹੈ। ਮਾਲ ਦਲੀਚੇ ਬੈਠੀ ਲੈ ਮਿਰਤਕ, ਨੈਣ ਦਿਖਾਲਣ ਧਾਇਆ ਰੇ। ਨਾਮ ਅੰਮ੍ਰਿਤ ਦੀ ਬਰਕਤ ਨਾਲ ਮਨੁੱਖ ਦਾ ਪਹਿਲਾ ਹੋਰਨਾਂ ਨੂੰ ਘੂਰਨ ਵਾਲਾ ਸੁਭਾਅ ਮੁੱਕ ਗਿਆ। ਦਲੀਚੇ ਮੱਲ ਕੇ ਬੈਠਣ ਵਾਲੀ ਹੰਕਾਰ ਭਰੀ ਬਿਰਤੀ ਉਸ ਨੂੰ ਹੁਣ ਆਤਮਿਕ ਮੌਤ 'ਤੇ ਮਰੀ ਹੋਈ ਦਿਸਣ ਲੱਗ ਪਈ। ਸੋਈ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਣਾ ਰੇ। ਹੇ ਭਾਈ, ਜਿਹੜਾ ਮਨੁੱਖ ਨਿਰਾ ਜਵਾਨੀ ਆਖਦਾ ਕਿ ਮੈਂ ਆਤਮਿਕ ਜੀਵਨ ਦੇ ਭੇਦ ਨੂੰ ਸਮਝ ਲਿਆ ਹੈ, ਉਹ ਅਜੇ ਮੂਰਖ ਹੈ। ਜਿਸ ਨੇ ਸੱਚਮੁੱਚ ਆਤਮਿਕ ਜੀਵਨ ਨੂੰ ਨਾਮ ਰਸ ਨੂੰ ਸਮਝ ਲਿਆ ਹੈ, ਉਹ ਕਦੇ ਗੁੱਝਾ ਨਹੀਂ ਰਹਿੰਦਾ। ਕਹੋ ਨਾਨਕ ਗੁਰ ਅਮਿਓ ਪਿਆਇਆ, ਰਸਕ ਰਸਕ ਵਿਗਸਾਨਾ ਰੇ। ਹੇ ਨਾਨਕ, ਆਖ ਜਿਸ ਨੂੰ ਗੁਰੂ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪਿਲਾ ਦਿੱਤਾ ਹੈ, ਉਹ ਇਸ ਨਾਮ ਜਲ ਦਾ ਸਵਾਦ ਮਾਣ ਕੇ ਸਦਾ ਖਿੜਿਆ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।